ਤੇ ਇਹਦੇ 'ਚ ਦੋ ਤਿੰਨ ਗੱਲਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ ਕਿ ਜਿਹੜੀ ਇੰਡੀਆ ਦੀ ਅਡਲਟ ਪਾਪੂਲੇਸ਼ਨ ਹੈ, ਜਿਹੜੀ 20-25 ਸਾਲ ਤੋਂ ਉੱਪਰ ਅਸੀਂ ਜਿਹਨੂੰ ਮੰਨਦੇ ਹਾਂ, ਉਹ ਹਰ ਤੀਸਰਾ ਬੰਦਾ ਜਿਹੜਾ ਹੈ ਇੰਡੀਅਨ ਪਾਪੂਲੇਸ਼ਨ ਦਾ, ਉਹ ਬਲੱਡ ਪ੍ਰੈਸ਼ਰ ਦੇ ਨਾਲ ਉਹ ਅਫੈਕਟਡ ਹੈਗਾ। ਔਰ ਇਹਦੀ ਜਿਹੜੀ ਵਜ੍ਹਾ ਹੈ ਬੜੀ ਸਿੰਪਲ ਹੈ, ਔਰ ਸਭ ਨੂੰ ਪਤਾ ਹੈ ਕਿ ਜਿਹੜੀ ਸਾਡੀ ਅੱਜ ਕੱਲ੍ਹ ਦਾ ਲਾਈਫ ਸਟਾਈਲ ਹੈ, ਉਹ ਜਿਹੜਾ ਇੱਕ ਬਹੁਤ ਹੀ ਵੱਡਾ ਕਾਰਨ ਹੈ ਕਿ ਜਿਹਦੇ ਨਾਲ ਇੰਨੀ ਵੱਡੀ ਤਾਦਾਦ 'ਚ ਜਿਹੜਾ ਹੈ ਬਲੱਡ ਪ੍ਰੈਸ਼ਰ ਹੈ, ਜਿਹਨੇ ਸਾਡੇ ਮੁਲਕ ਦੀ ਜਿਹੜੀ ਪਾਪੂਲੇਸ਼ਨ ਨੂੰ ਆਪਣੇ ਗ੍ਰਿਫਤ 'ਚ ਲਿਆ ਹੋਇਆ ਹੈ। ਠੀਕ ਹੈ, ਉਹਦੇ ਵਿੱਚ ਲੈਕ ਆਫ ਐਕਸਰਸਾਈਜ਼ ਆ ਜਾਂਦੀ ਹੈ, ਉਹਦੇ ਵਿੱਚ ਓਵਰਵੇਟ ਆ ਜਾਂਦਾ ਹੈ, ਉਹਦੇ 'ਚ ਸਿਗਰਟ ਸਮੋਕਿੰਗ ਆ ਜਾਂਦੀ ਹੈ। ਸੋ ਉਹਦੇ ਵਿੱਚ ਸਟ੍ਰੈਸ ਆ ਜਾਂਦਾ, ਜਿਹੜਾ ਅੱਜ ਕੱਲ੍ਹ ਦੀ ਲਾਈਫ 'ਚ ਸਟ੍ਰੈਸ ਹੈ ਜਿਹੜਾ ਪੇਸ਼ੈਂਟਸ ਦੇ ਦਿਮਾਗ 'ਤੇ ਇੱਕ ਬੜੀ ਜਿਹਨੂੰ ਕਹਿੰਦੇ ਨਾ ਭੱਜ ਦੌੜ ਵਾਲੀ ਜ਼ਿੰਦਗੀ ਹੈ ਸਾਡੇ ਸਮਾਜ ਦੇ ਵਿੱਚ ਹੋ ਗਈ ਹੈ। ਸੋ ਔਰ ਜਿਹੜੀ ਫਿਜ਼ੀਕਲ ਲੇਬਰ ਹੈ ਉਹ ਦਿਨ ਬਰ ਦਿਨ ਘਟੀ ਜਾ ਰਹੀ ਹੈ। ਸਿਟਿੰਗ ਜੌਬਸ ਨੇ, ਕੰਪਿਊਟਰਸ ਆ ਗਏ ਸਾਡੀ ਲਾਈਫ ਦੇ ਵਿੱਚ, ਸੋ ਵਰਕ ਫਰੋਮ ਹੋਮ ਜਿਹਨੂੰ ਕਹਿ ਸਕਦੇ ਹਾਂ। ਔਰ ਜੌਬਸ ਦੇ ਸਟ੍ਰੈਸ ਹੈਗੇ ਹੈ, ਕੰਮਕਾਰ ਦੇ ਸਟ੍ਰੈਸ ਹੈਗੇ ਹੈ, ਫੈਮਿਲੀ ਦੇ ਸਟ੍ਰੈਸ ਹੈਗੇ। ਅੱਗੇ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਅੱਜ ਕੱਲ੍ਹ ਨਿਊਕਲੀਅਰ ਫੈਮਿਲੀਜ਼ ਹੈ। ਸੋ ਕੋਈ ਵੀ ਅਗਰ ਕੋਈ ਕ੍ਰਾਈਸਿਸ ਆ ਜਾਂਦਾ ਹੈ ਅਤੇ ਉਹਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਜਿਹੜੀ ਹੈ ਸਪੋਰਟ ਸਿਸਟਮ ਜਿਹੜਾ ਹੈ ਉਹ ਇੱਕ ਵੀਕ ਹੋ ਗਿਆ ਇੱਕ ਆਮ ਇੰਡੀਵਿਜੂਅਲ ਦਾ। ਸੋ ਇਹ ਕੁਛ ਕਾਰਨ ਨੇ ਜਿਹੜੇ ਮੈਂ ਸਮਝਦਾ ਕਿ ਜਿਹਦੇ ਕਰਕੇ ਸਾਡਾ ਜਿਹੜਾ ਹੈ ਕਿ ਬਲੱਡ ਪ੍ਰੈਸ਼ਰ ਦੀ ਜਿਹੜੀ ਤਾਦਾਦ ਹੈ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਅਤੇ ਮੈਨੂੰ ਆਲਮੋਸਟ 30 ਸਾਲ ਤੋਂ ਉੱਪਰ ਹੋ ਗਏ ਪ੍ਰੈਕਟਿਸ ਦੇ ਵਿੱਚ। ਔਰ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀਗੀ ਉਦੋਂ ਤਕਰੀਬਨ ਅਸੀਂ 50 ਸਾਲ ਦੀ ਉਮਰ ਤੋਂ ਬਾਅਦ ਜਾਂ 60 ਸਾਲ ਦੀ ਉਮਰ ਤੋਂ ਬਾਅਦ ਅਸੀਂ ਦੇਖਦੇ ਸੀ ਕਿ ਲੋਕਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਕੁਝ ਜ਼ਿਆਦਾ ਹੋ ਰਿਹਾ। ਪਰ ਹੁਣ ਪਿਛਲੇ ਡਿਕੇਡ ਤੋਂ ਈਵਨ ਮੇਰੇ ਕੋਲ ਹੁਣੇ ਹੀ 15 ਮਿੰਟ ਪਹਿਲਾਂ ਇੱਕ ਪੇਸ਼ੈਂਟ ਆਇਆ ਸੀਗਾ। ਉਹਦੀ ਸਿਰਫ 32 ਸਾਲ ਦੀ ਉਮਰ ਸੀ ਔਰ ਉਹ ਬਲੱਡ ਪ੍ਰੈਸ਼ਰ ਇਹ ਨਹੀਂ ਸੀਗਾ ਕਿ ਉਹਨੂੰ ਹੁਣੇ ਹੀ ਬਲੱਡ ਪ੍ਰੈਸ਼ਰ ਹੋਇਆ, ਉਹਦੇ 'ਚ ਬਲੱਡ ਪ੍ਰੈਸ਼ਰ ਦੇ ਮਤਲਬ ਕੁਝ ਸਾਈਨ ਸੀਗੇ ਜਿਹਦੇ ਨਾਲ ਪਤਾ ਲੱਗਦਾ ਸੀ ਕਿ ਬਲੱਡ ਪ੍ਰੈਸ਼ਰ ਉਹਨੂੰ ਐਟਲੀਸਟ ਪਿਛਲੇ 5-4 ਸਾਲ ਤੋਂ ਬਲੱਡ ਪ੍ਰੈਸ਼ਰ ਉਹਦਾ ਜ਼ਿਆਦਾ ਰਹਿ ਰਿਹਾ। ਸੋ ਤੁਸੀਂ ਮਤਲਬ ਈਵਨ 20 ਸਾਲ 25 ਸਾਲ ਦੀ ਉਮਰ ਤੋਂ ਵੱਧ ਵੀ ਜਿਹੜੇ ਨੌਜਵਾਨ ਨੇ ਉਹ ਵੀ ਇਸ ਤਕਲੀਫ ਨਾਲ ਜਿਹੜੇ ਹੈ ਉਹ ਅਫੈਕਟ ਹੋ ਰਹੇ ਨੇ। ਔਰ ਉਹਨਾਂ ਦਾ ਕਾਰਨ ਉਹੀ ਹੈ ਕਿ ਇਹ ਜਿਹੜੇ ਮੋਸਟਲੀ ਜਿਹੜੇ ਪ੍ਰਾਈਵੇਟ ਜੌਬਸ ਨੇ, ਜਿਨ੍ਹਾਂ ਦੇ ਟਾਰਗੇਟ ਓਰੀਐਂਟਡ ਜੌਬਸ ਹੈਗੀਆਂ, ਜਾਂ ਜਿਹੜੇ ਕੁਝ ਅਨਐਮਪਲੋਇਡ ਨੇ, ਜਾਂ ਕੋਈ ਕਿਸੇ ਕਿਸਮ ਦਾ ਜਿਹੜਾ ਕੋਈ ਸਟ੍ਰੈਸ ਫੈਕਟਰ ਹੈ, ਜਾਂ ਉਹਨਾਂ ਦੀ ਫੈਮਿਲੀ ਹਿਸਟਰੀ ਪੋਜ਼ੀਟਿਵ ਹੈ, ਕੋਈ ਮਦਰ ਹਾਈਪਰਟੈਂਸਿਵ ਹੈ, ਫਾਦਰ ਹਾਈਪਰਟੈਂਸਿਵ ਹੈ, ਜਾਂ ਜਿਹੜੇ ਆਲਰੇਡੀ ਪ੍ਰੋਨ ਨੇ ਹਾਈਪਰਟੈਂਸ਼ਨ ਨੂੰ, ਅਗਰ ਉਹਨਾਂ ਦੇ ਸਰਕਮਸਟੈਂਸਿਸ ਸ਼ਾਇਦ ਨੋਰਮਲ ਰਹਿੰਦੇ, ਉਹਨਾਂ ਦੀ ਲਾਈਫ 'ਚ ਅਗਰ ਸਟ੍ਰੈਸ ਨਾ ਰਹਿੰਦਾ, ਕਿ ਉਹਨਾਂ ਦੀ ਲਾਈਫ ਸਟਾਈਲ ਜਿਹੜੀ ਠੀਕ ਰਹਿੰਦੀ, ਸ਼ਾਇਦ ਉਹ 40 ਸਾਲ ਜਾਂ 50 ਸਾਲ ਦੀ ਉਮਰ ਤੋਂ ਬਾਅਦ ਬਲੱਡ ਪ੍ਰੈਸ਼ਰ ਵੱਧਦਾ। ਪਰ ਸਿੰਸ ਕਿ ਉਹਨਾਂ ਦੀ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੈਗਾ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਇੱਕ ਛੋਟੀ ਉਮਰ ਤੋਂ ਜਿਹੜਾ ਨਾ ਉਹ ਵਧਣਾ ਸ਼ੁਰੂ ਹੋ ਜਾਂਦਾ। ਸਰ ਜੇ ਇੰਡੀਆ ਦੀ ਗੱਲ ਕਰੀਏ ਤਾਂ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਜਾਂ ਵਰਲਡ ਦੇ ਵਿੱਚ ਇੰਡੀਆ ਕਿਹੜੇ ਨੰਬਰ 'ਤੇ ਖੜਾ ਹੈ ਬੀਪੀ ਪੇਸ਼ੈਂਟਸ ਨੂੰ ਲੈ ਕੇ? ਦੇਖੋ, ਇੰਡੀਆ ਤੁਸੀਂ ਸਮਝ ਸਕਦੇ ਹੋ ਕਿ ਇੰਡੀਆ ਦੂਸਰੇ ਤੀਸਰੇ ਨੰਬਰ 'ਤੇ ਜ਼ਰੂਰ ਹੈਗਾ। ਡੈਫੀਨੇਟਲੀ ਜਿਹੜੇ ਵੈਸਟਰਨ ਕੰਟਰੀਜ਼ ਨੇ ਜਿੱਦਾਂ USA ਹੈ ਜਾਂ ਯੂਰੋਪੀਅਨ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਦੀ ਜਿਹੜੀ ਪ੍ਰੋਬਲਮ ਹੈ ਉਹ ਜ਼ਿਆਦਾ ਹੈ। ਪਰ ਸਾਡੇ 'ਚ ਇਹ ਹੈਗਾ ਹੈ ਕਿ ਸਾਡੀ ਗਿਣਤੀ ਭਾਵੇਂ ਉਹਨਾਂ ਨਾਲੋਂ ਘੱਟ ਹੋਵੇ, ਪਰ ਸਾਡਾ ਜਿਹੜਾ ਨਾ ਅਸੀਂ ਇੱਕ ਡਿਕੇਡ ਪਹਿਲੋਂ ਮਤਲਬ 10 ਸਾਲ ਜਾਂ 20 ਸਾਲ ਪਹਿਲੋਂ ਜਿਹੜਾ ਹੈ ਨਾ ਬਲੱਡ ਪ੍ਰੈਸ਼ਰ ਸ਼ੁਰੂ ਹੋ ਜਾਂਦਾ। ਔਰ ਇਹਦੀਆਂ ਜਿਹੜੀਆਂ ਕੰਪਲੀਕੇਸ਼ਨਸ ਵੀ ਹੈ ਨੈਚੁਰਲੀ ਉਹ ਵੀ ਸਾਨੂੰ ਅਰਲੀ ਦੇਖਣ ਨੂੰ ਮਿਲ ਜਾਂਦੀਆਂ। ਇੱਕ ਜਿਹੜੀ ਪ੍ਰੋਡਕਟਿਵ ਏਜ ਕਹਿੰਦੇ ਨੇ 35 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਜਿਹੜੀ ਹੁੰਦੀ, ਇੱਕ ਪ੍ਰੋਡਕਟਿਵ ਇੱਕ ਕੰਮ ਕਰਨ ਦੀ ਉਮਰ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਫੈਮਿਲੀ ਵਾਸਤੇ, ਆਪਣੇ ਸਮਾਜ ਵਾਸਤੇ ਜਾਂ ਆਪਣੀ ਕੰਟਰੀ ਵਾਸਤੇ ਕੋਈ ਯੂਜ਼ਫੁਲ ਕੰਟਰੀਬਿਊਸ਼ਨ ਦੇ ਸਕਦੇ ਹੋ। ਸੋ ਉਹ ਏਜ ਗਰੁੱਪ ਜਿਹੜਾ ਹੈ ਉਹ ਜ਼ਿਆਦਾ ਅਫੈਕਟਡ ਹੈ ਸਾਡੇ ਕੰਟਰੀ ਦੇ ਵਿੱਚ। ਸੋ ਸਾਡੇ ਕੰਟਰੀ ਦਾ ਬਲੱਡ ਪ੍ਰੈਸ਼ਰ ਦਾ ਜਿਹੜਾ ਇੰਸੀਡੈਂਸ ਹੈ ਇਸ ਤਰੀਕੇ ਨਾਲ ਜਿਹੜਾ ਨਾ ਉਹ ਜ਼ਿਆਦਾ ਡੇਂਜਰਸ। ਸਾਡੇ ਸਵਾਲ ਦਾ ਜਵਾਬ ਤੁਹਾਡੇ ਸਵਾਲ 'ਚ ਹੀ ਹੈ ਕਿ ਜਿਸ ਤਰ੍ਹਾਂ ਦੁੱਖ ਵੰਡੇ ਜਾਂਦੇ ਸੀ ਜਾਂ ਸੁੱਖ ਵੰਡਣ ਨਾਲ ਵੱਧਦਾ ਸੀ, ਦੁੱਖ ਵੰਡਣ ਨਾਲ ਘਟਦਾ ਸੀਗਾ। ਹੁਣ ਹੈਗਾ ਕਿ ਸਾਰਾ ਕੁਛ ਜਿਹੜਾ ਹੈ ਉਹ ਇੰਡੀਵਿਜੂਅਲੀ ਜਿਹੜਾ ਉਹਨੂੰ ਸਹਿਣ ਕਰਨਾ ਪੈਂਦਾ ਹੈ। ਉਹਦਾ ਸਪੋਰਟ ਸਿਸਟਮ ਘੱਟ ਗਿਆ, ਫਰੈਂਡ ਸਰਕਲ ਘੱਟ ਗਿਆ, ਘਰ ਦੇ ਜੀ ਜਿਹੜੇ ਹੈ ਸ਼ੇਅਰ ਕਰਨ ਵਾਲੇ ਉਹ ਘੱਟ ਗਏ ਹੈ। ਅਸੀਂ ਕਈ ਵਾਰੀ ਪੇਸ਼ੈਂਟ ਨੂੰ ਐਡਮਿਸ਼ਨ ਦੀ ਜ਼ਰੂਰਤ ਹੁੰਦੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਕਿ ਤੁਹਾਨੂੰ ਐਡਮਿਸ਼ਨ ਦੀ ਲੋੜ ਹੈ, ਪਰ ਉਹ ਡੈਫੀਨੇਟਲੀ ਉਹ ਸਪੋਰਟ ਸਿਸਟਮ ਹੀ ਨਹੀਂ ਹੁੰਦਾ ਜੀ ਸਾਡੇ ਕੋਲ। ਤਾਂ ਕੋਈ ਰਹਿਣ ਵਾਲਾ ਨਹੀਂ ਹਸਪਤਾਲ 'ਚ, ਕੋਈ ਇਹਦਾ ਖਿਆਲ ਕਰਨ ਵਾਲਾ ਹੀ ਨਹੀਂ ਹੈਗਾ, ਅਸੀਂ ਦਾਖਲ ਹੀ ਨਹੀਂ ਹੋ ਸਕਦੇ। ਸੋ ਇਹ ਜਿਹੜੀਆਂ ਪ੍ਰੋਬਲਮਸ ਹੈ ਨਾ ਨਿਊਕਲੀਅਰ ਫੈਮਿਲੀਜ਼ ਦੀਆਂ, ਇਹਦੇ ਨਾਲ ਜਿਹੜੀਆਂ ਨਾਟ ਓਨਲੀ ਬਲੱਡ ਪ੍ਰੈਸ਼ਰ, ਇਹਦੇ ਨਾਲ ਡਾਇਬਟੀਜ਼, ਬਲੱਡ ਪ੍ਰੈਸ਼ਰ ਜਾਂ ਇਹਦੇ ਨਾਲ ਰਿਲੇਟਡ ਜਿਹੜੀਆਂ ਕੰਪਲੀਕੇਸ਼ਨਸ ਹੈ
ਉਹਨਾਂ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ। ਸਰ ਕੀ ਸਾਈਨਸ ਹੁੰਦੇ ਨੇ ਜਿੱਥੋਂ ਕਿ ਬੰਦੇ ਨੂੰ ਪਤਾ ਚੱਲ ਸਕੇ ਕਿ ਮੈਨੂੰ ਇਹ ਜਿਹੜਾ ਬਲੱਡ ਪ੍ਰੈਸ਼ਰ ਦੇ ਸਾਈਨ ਨੇ? ਐਸਾ ਹੈਗਾ ਕਿ ਬਲੱਡ ਪ੍ਰੈਸ਼ਰ ਦਾ ਨਾ ਕੋਈ ਵੀ ਸਾਈਨ ਸਿੰਪਟਮ ਇਹੋ ਜਿਹਾ ਨਹੀਂ ਹੈਗਾ ਕਿ ਅਸੀਂ ਸਪੈਸੀਫਿਕਲੀ ਕਹਿ ਸਕੀਏ ਕਿ ਇਹ ਬਲੱਡ ਪ੍ਰੈਸ਼ਰ ਕਰਕੇ ਹੈਗਾ, ਠੀਕ ਹੈ ਨਾ। ਇਹਨੂੰ ਅਸੀਂ ਇੱਕ ਸਾਇਲੈਂਟ ਡਿਜ਼ੀਜ਼ ਮੰਨਦੇ ਹਾਂ, ਰਾਦਰ ਇਹਨੂੰ ਅਸੀਂ ਸਾਇਲੈਂਟ ਕਿਲਰ ਕਹਿੰਦੇ ਹਾਂ, ਠੀਕ ਹੈ। ਔਰ ਜਿਸ ਕਈ ਬੜੇ ਲੱਕੀ ਪੇਸ਼ੈਂਟਸ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਇਹ ਸਿਰ ਦੇ ਪਾਸੇ ਪਿਛਲਾ ਪਾਸਾ ਜਿਹਨੂੰ ਅਸੀਂ ਆਕਸੀਪਿਟਲ ਰੀਜਨ ਕਹਿੰਦੇ ਹਾਂ, ਅਗਰ ਇਹਦੇ ਦੇ ਵਿੱਚ ਉਹ ਹੈਡੇਕ ਮਹਿਸੂਸ ਕਰਦਾ ਹੈ, ਇਹ ਇੱਕ ਸਪੈਸੀਫਿਕ ਥੋੜ੍ਹਾ ਸਾਈਨ ਹੁੰਦਾ ਹੈ ਕਿ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਬਲੱਡ ਪ੍ਰੈਸ਼ਰ ਵਾਸਤੇ ਹੈ। ਉਹ ਹੈਗਾ ਕਿ ਤੁਹਾਨੂੰ ਆਪਣਾ ਰਿਸਕ ਫੈਕਟਰ ਦੇਖਣੇ ਚਾਹੀਦੇ ਕਿ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਮਦਰ ਫਾਦਰ ਜਾਂ ਬ੍ਰਦਰ ਸਿਸਟਰ ਨੂੰ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਕਿ ਨਹੀਂ ਹੈ, ਤੁਹਾਡਾ weight ਜ਼ਿਆਦਾ ਹੈ, ਤੁਸੀਂ ਸਿਗਰਟ ਤਾਂ ਨਹੀਂ ਪੀਂਦੇ, ਤੁਹਾਡੀ ਲੈਕ ਆਫ ਐਕਸਰਸਾਈਜ਼, ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਨਹੀਂ ਕਰ ਰਹੇ, ਜਾਂ ਪ੍ਰੋਲੋਂਗ ਸਿਟਿੰਗ ਵਾਲੀ ਜੌਬ ਹੈ ਤੁਹਾਡੀ, ਜਾਂ ਸਟ੍ਰੈਸਫੁਲ ਜੌਬ ਹੈ ਤੁਹਾਡੀ। ਸੋ ਅਗਰ ਇਹ ਕੁਛ ਰਿਸਕ ਫੈਕਟਰਸ ਹੈਗੇ ਨੇ ਤੁਹਾਡੀ ਲਾਈਫ ਦੇ ਵਿੱਚ, ਤਾਂ ਡੈਫੀਨੇਟਲੀ ਤੁਹਾਨੂੰ ਇੱਕ ਡਾਕਟਰ ਕੋਲ ਆਪਣਾ ਬਲੱਡ ਪ੍ਰੈਸ਼ਰ ਜਾਂ ਈਵਨ ਜਿਹੜੀਆਂ ਇਹ ਮਸ਼ੀਨਸ ਮਿਲਦੀਆਂ ਹੈਗੀਆਂ ਨੇ, ਕਈ ਮਸ਼ੀਨਸ ਬੜੀਆਂ ਸੈਂਸਿਟਿਵ ਨੇ, ਉਹ ਤੁਸੀਂ ਹੋਮ ਸੈਲਫ ਮੋਨੀਟਰਿੰਗ ਕਰ ਸਕਦੇ ਹੋ ਬਲੱਡ ਪ੍ਰੈਸ਼ਰ ਦੀ। ਸਰ ਇਹ ਚੀਜ਼ਾਂ ਜੇ ਕਿ ਦੱਸੀਆਂ ਤੇ ਸਾਰੇ ਤਕਰੀਬਨ ਹਰ ਇੱਕ ਬੰਦੇ ਦੀ ਲਾਈਫ 'ਚ ਹੀ ਹੈਗੀ ਹੈ, ਬਟ ਹੁਣ ਇਹਨੂੰ ਫਿਰ ਜਿਹੜਾ ਪ੍ਰੀਵੈਂਟ ਕਿੱਦਾਂ ਜਾ ਸਕਦਾ ਜੀ, ਕਿਸ ਤਰ੍ਹਾਂ ਬਚਿਆ ਕਿੱਦਾਂ ਜਾ ਸਕਦਾ ਇਹਦੇ ਤੋਂ? ਦੇਖੋ ਬਚਣ ਦਾ ਸਿੰਪਲ ਬੜਾ ਵਧੀਆ ਤਰੀਕਾ ਹੈਗਾ ਕਿ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਆਪਣਾ ਇੱਕ ਰੈਗੂਲਰ weight ਜਿਹੜਾ ਹੈ ਉਹ ਮੇਨਟੇਨ ਕਰਨਾ ਚਾਹੀਦਾ, ਠੀਕ ਹੈ। ਉਹਦੇ ਵਿੱਚ ਡਾਈਟ ਦਾ ਰੋਲ ਆ ਜਾਂਦਾ ਹੈ ਅਤੇ ਰੈਗੂਲਰ ਐਕਸਰਸਾਈਜ਼ ਦਾ ਰੋਲ ਆ ਜਾਂਦਾ ਹੈ। ਉਹ ਜਿਹੜੀ ਐਕਸਰਸਾਈਜ਼ ਹੈ ਉਹ ਵੀ ਕੋਈ ਬਹੁਤ ਜ਼ਿਆਦਾ ਲੰਬੀ ਚੌੜੀ ਐਕਸਰਸਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅਸੀਂ ਕਹਿੰਦੇ ਹਾਂ ਕਿ 150 ਮਿੰਟਸ ਆਫ ਮੋਡਰੇਟ ਇੰਟੈਂਸਿਟੀ ਐਕਸਰਸਾਈਜ਼ ਪਰ ਵੀਕ, ਮਤਲਬ ਇੱਕ ਹਫ਼ਤੇ ਦੇ ਵਿੱਚ 150 ਮਿੰਟ। ਉਹਦਾ ਮਤਲਬ ਹੁੰਦਾ ਕਿ ਰੋਜ਼ ਤੁਸੀਂ ਅਗਰ 30 ਮਿੰਟ ਵਾਸਤੇ ਹਫ਼ਤੇ 'ਚ 5 ਦਿਨ ਵੀ ਤੁਸੀਂ ਮੋਡਰੇਟ ਕੋਈ ਫਾਸਟ ਬ੍ਰਿਸਕ ਵਾਕਿੰਗ ਕਰ ਲੈਂਦੇ ਹੋ, ਜਾਂ ਸਾਈਕਲਿੰਗ ਕਰ ਲੈਂਦੇ ਹੋ, ਜਾਂ ਸਲੋ ਜੋਗਿੰਗ ਕਰ ਲੈਂਦੇ ਹੋ, ਸੋ ਦੈਟ ਇਜ਼ ਗੁੱਡ ਇਨਫ ਕਿ ਉਹਦੇ ਨਾਲ ਤੁਹਾਡੀ ਜਿਹੜੀ ਕਾਰਡੀਓਵੈਸਕੂਲਰ ਹੈਲਥ ਹੈ ਉਹ ਠੀਕ ਰਹਿੰਦੀ ਹੈ। ਦੂਸਰਾ ਇਹਦੇ ਵਿੱਚ ਨਾ ਨਮਕ ਦਾ ਬਹੁਤ ਜ਼ਿਆਦਾ ਰੋਲ ਹੁੰਦਾ, ਸੋ ਬਲੱਡ ਪ੍ਰੈਸ਼ਰ ਜਿਹੜਾ ਸਾਲਟ ਸੈਂਸਿਟਿਵ ਬਹੁਤ ਹੁੰਦਾ। ਸੋ ਅਸੀਂ ਕਹਿੰਦੇ ਹਾਂ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਗਰ ਤੁਹਾਡਾ ਰਿਸਕ ਫੈਕਟਰ ਹੈ ਬਲੱਡ ਪ੍ਰੈਸ਼ਰ ਡਿਵੈਲਪ ਕਰਨ ਦਾ, ਅਤੇ ਤੁਹਾਨੂੰ ਸਬਜ਼ੀ ਤੋਂ ਇਲਾਵਾ ਜਿਹੜੀ ਅਸੀਂ ਨੋਰਮਲੀ ਆਪਣੀ ਦਾਲ ਸਬਜ਼ੀ ਬਣਾਉਂਦੇ ਹਾਂ, ਉਸ ਤੋਂ ਇਲਾਵਾ ਕੋਈ ਨਮਕੀਨ ਚੀਜ਼ ਜਿਹੜੀ ਹੈ ਉਹ ਨਹੀਂ ਖਾਣੀ ਚਾਹੀਦੀ। ਥਰਡਲੀ, ਜਿਹੜੀਆਂ ਰਿਫਾਈਨਡ ਫੂਡਸ ਹੈਗੀਆਂ ਜਾਂ ਜਿਹੜੀਆਂ ਕੇਨਡ ਫੂਡਸ ਹੈਗੀਆਂ, ਜਿਹੜੀਆਂ ਰੈਡੀ ਟੂ ਈਟ ਫੂਡਸ ਮਿਲਦੀਆਂ ਬਾਜ਼ਾਰੋਂ ਲਿਆਂਦਾ ਫੂਡ ਗਰਮ ਕੀਤਾ ਅਤੇ ਖਾ ਲਿਆ, ਜਾਂ ਜਿਹੜੀਆਂ ਇਹ ਫਾਸਟ ਫੂਡਸ ਨੇ ਜਾਂ ਜੰਕ ਫੂਡ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਤੋਂ ਤੁਹਾਨੂੰ ਜਿਹੜਾ ਨਾ ਉਹ ਪਰਹੇਜ਼ ਕਰਨਾ ਚਾਹੀਦਾ। ਲੋ ਬੀਪੀ ਵੀ ਉਨਾ ਹੀ ਖਤਰਨਾਕ ਹੈ ਸ਼ਾਇਦ ਜਿੰਨਾ ਕਿ ਹਾਈ ਬੀਪੀ ਹੈ। ਇਹਦੇ ਵਿੱਚ ਪਤਾ ਕਿਸ ਤਰ੍ਹਾਂ ਲੱਗੇ ਕਿ ਹਾਈ ਬੀਪੀ ਹੈ, ਕਿਉਂਕਿ ਕਈ ਵਾਰ ਬਲੱਡ ਸਟੋਰ ਨਹੀਂ ਹੈ, ਫਿਰ ਵੀ ਕੁਝ ਤਰੀਕੇ ਜਿਹੜੇ ਕਿ ਜਿਹਦੇ ਨਾਲ ਪਤਾ ਲੱਗ ਸਕੇ ਕਿ ਹਾਈ ਹੈ ਕਿ ਲੋ ਹੈ? ਦੇਖੋ ਜਿਹੜੀ ਲੋ ਬਲੱਡ ਪ੍ਰੈਸ਼ਰ ਹੈ ਨਾ ਸਰ, ਉਹ ਬਹੁਤ ਵੱਡੀ ਇੱਕ ਮਿੱਥਿਆ ਹੈ। ਅਗਰ ਇੱਕ ਸਿਹਤਮੰਦ ਇਨਸਾਨ ਹੈ ਜਿਹਦਾ ਹਾਰਟ ਬਿਲਕੁਲ ਨੋਰਮਲ ਹੈ, ਠੀਕ ਹੈ, ਜਿਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ ਜੇ ਲੋ ਬਲੱਡ ਪ੍ਰੈਸ਼ਰ ਹੈ ਨਾ, ਲੋ ਬਲੱਡ ਪ੍ਰੈਸ਼ਰ ਸਮਝੋ ਤੁਹਾਨੂੰ ਇੱਕ ਪਰਮਾਤਮਾ ਵੱਲੋਂ ਵਰਦਾਨ ਮਿਲਿਆ ਹੋਇਆ। ਸੋ ਲੋ ਬਲੱਡ ਪ੍ਰੈਸ਼ਰ ਵਾਲੇ ਜਿਹੜੇ ਪੇਸ਼ੈਂਟ ਹੈ ਉਹਨਾਂ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ ਥੋੜ੍ਹੀ ਜ਼ਿਆਦਾ ਹੁੰਦੀ ਹੈ, ਔਰ ਉਹ ਜ਼ਿਆਦਾ ਦੇਰ ਤੱਕ ਹੈਲਦੀ ਰਹਿੰਦੇ ਹੈ। ਸੋ ਲੋ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਹੈ। ਹਾਂ, ਅਗਰ ਤੁਹਾਨੂੰ ਕੋਈ ਹਾਰਟ ਪ੍ਰੋਬਲਮ ਹੈ, ਜਾਂ ਤੁਹਾਨੂੰ ਕੋਈ ਬਾਡੀ 'ਚ ਕੋਈ ਕਰੋਨਿਕ ਪ੍ਰੋਬਲਮ ਹੈ, ਕੋਈ ਲਿਵਰ ਦੀ ਪ੍ਰੋਬਲਮ ਹੈ, ਜਾਂ ਕੋਈ ਕਿਡਨੀ ਦੀ ਪ੍ਰੋਬਲਮ ਹੈ, ਜਾਂ ਤੁਹਾਡਾ ਹਾਰਟ ਫੰਕਸ਼ਨ ਘੱਟ ਹੈ, ਅਗਰ ਉਹ ਸਿਚੁਏਸ਼ਨ 'ਚ ਤੁਹਾਡਾ ਬਲੱਡ ਪ੍ਰੈਸ਼ਰ ਲੋ ਆਉਂਦਾ ਹੈ, ਉਹ ਡੈਫੀਨੇਟਲੀ ਇੱਕ ਫਿਕਰਮੰਦ ਵਾਲੀ ਸਥਿਤੀ ਬਣ ਜਾਂਦੀ ਹੈ। ਪਰ ਅਗਰ ਤੁਸੀਂ ਸਿਹਤਮੰਦ ਹੈਗੇ ਹੋ, ਤੁਹਾਨੂੰ ਕੋਈ ਡਿਜ਼ੀਜ਼ ਨਹੀਂ ਹੈਗੀ, ਅਗਰ ਲੋ ਬਲੱਡ ਪ੍ਰੈਸ਼ਰ ਮਤਲਬ ਤੁਹਾਡਾ 80 ਤੱਕ ਵੀ ਸਿਸਟੋਲਿਕ ਬਲੱਡ ਪ੍ਰੈਸ਼ਰ ਆ ਜਾਂਦਾ ਹੈ, ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਸਰ ਇਹਨੂੰ ਫਿਰ ਕਿਸ ਤਰ੍ਹਾਂ ਪਛਾਣਿਆ ਕਿਸ ਤਰ੍ਹਾਂ ਜਾਵੇ ਕਿ ਦੂਸਰਾ ਇਹਨੂੰ ਫਿਰ ਮਤਲਬ ਜਿਹੜਾ ਹੈਗਾ ਉਸ ਵੇਲੇ ਕੀ ਕਰਨਾ ਚਾਹੀਦਾ ਬੰਦੇ ਨੂੰ ਹੋ ਗਿਆ, ਜਾਂ ਜੋ ਮੰਨ ਲਓ ਜਿਹਦੇ ਨਾਲ ਬੰਦਾ ਹੈ ਕਿਸ ਤਰ੍ਹਾਂ ਹੈਲਪ ਕਰ ਸਕਦਾ ਹੈ? ਡੈਫੀਨੇਟਲੀ ਅਗਰ ਜ਼ਿਆਦਾ ਉਹਨੂੰ ਲੱਗਦਾ ਲੋ ਬਲੱਡ ਪ੍ਰੈਸ਼ਰ ਹੈ ਜਾਂ ਸਿੰਪਟੋਮੈਟਿਕ ਹੈ, ਅਤੇ ਉਹਨੂੰ ਨਮਕ ਵਾਲਾ ਕੋਈ ਡਰਿੰਕ ਪਿਲਾ ਦੇ, ਠੀਕ ਹੈ, ਜਾਂ ਕੋਈ ਕੌਫੀ ਜਾਂ ਸਟਰੋਂਗ ਕੌਫੀ ਪਿਲਾ ਦੇ, ਉਹਨੂੰ ਗਰਮ ਗਰਮ ਦੁੱਧ ਪਿਲਾ ਦਿੱਤਾ ਜਾਏ, ਠੀਕ ਹੈ। ਸੋ ਇਹ ਬਿਲਕੁਲ ਜਿਹੜੇ ਕੁਛ ਜਿਹਨੂੰ ਕਹਿੰਦੇ ਨਾ ਦੇਸੀ ਇਲਾਜ ਜਿਹੜੇ ਹੈਗੇ ਆ ਉਹੀ ਕਾਮਯਾਬ ਹੁੰਦੇ ਆ। ਤੇ ਸਰ ਜਿਸ ਤਰ੍ਹਾਂ ਡਾਕਟਰ ਕੋਲ ਪਹੁੰਚਣ ਤੋਂ ਪਹਿਲੇ ਜੇ ਮੰਨ ਲਓ ਹਾਈ ਬੀਪੀ ਹੋ ਗਿਆ ਕਿਸੇ ਦਾ, ਜੋ ਪੇਸ਼ੈਂਟ ਹੈ, ਤੇ ਉਹਨੂੰ ਮੈਡੀਸਨ ਕੋਲ ਨਹੀਂ ਹੈ ਜਾਂ ਕੋਈ ਪ੍ਰੋਬਲਮ ਹੈ, ਉਹਦੇ ਵਿੱਚ ਤੇ ਫਿਰ ਕੀ ਗਾ ਮੈਡੀਸਨ ਲਈ ਜਾਂ ਦੂਸਰਾ ਫਸਟ ਏਡ ਵਾਸਤੇ? ਦੇਖੋ ਉਹਦੇ 'ਚ ਇਹ ਹੈਗਾ ਕਿ ਅਗਰ ਉਹ ਰੂਟੀਨ ਦੀ ਕੋਈ ਬਲੱਡ ਪ੍ਰੈਸ਼ਰ ਦੀ ਮੈਡੀਸਿਨ ਲੈ ਰਿਹਾ, ਤਾਂ ਉਹਦੀ ਇੱਕ ਡੋਜ਼ ਐਕਸਟਰਾ ਦਿੱਤੀ ਜਾ ਸਕਦੀ ਹੈ। ਅਗਰ ਉਹ ਫਸਟ ਟਾਈਮ ਉਹਨੂੰ ਅਗਰ ਬਲੱਡ ਪ੍ਰੈਸ਼ਰ ਵੱਧ ਰਿਹਾ, ਤਾਂ ਇਮੀਡੀਏਟਲੀ ਡਾਕਟਰ ਕੋਲ ਜਾਣਾ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਐਮਰਜੈਂਸੀ ਡਰੱਗਸ ਹੁੰਦੀਆਂ ਮੋਸਟਲੀ ਜਿਹੜੀਆਂ ਉਹ ਬੜੀਆਂ ਸਪੈਸੀਫਿਕ ਡਰੱਗਸ ਹੁੰਦੀਆਂ, ਉਹ ਹਰ ਪੇਸ਼ੈਂਟ ਨੂੰ ਹਰ ਦਵਾਈ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਸੋ ਇਸ ਕਰਕੇ ਉਸ ਸਿਚੁਏਸ਼ਨ ਦੇ ਵਿੱਚ ਡੈਫੀਨੇਟਲੀ ਡਾਕਟਰ ਕੋਲ ਜਾਣਾ ਜਿਹੜਾ ਨਾ
ਜਿਵੇਂ ਅਗਰ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਕੋਈ ਨਹੀਂ ਲੈ ਰਹੇ, ਤੁਹਾਨੂੰ ਫਸਟ ਟਾਈਮ ਬਲੱਡ ਪ੍ਰੈਸ਼ਰ ਡਿਟੈਕਟ ਹੋਇਆ ਹੈ, ਤਾਂ ਡੈਫੀਨਿਟਲੀ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ। ਦੇਖੋ, ਪ੍ਰੀਵੈਂਸ਼ਨ ਬਹੁਤ ਈਜ਼ੀ ਹੈ। ਜਿਸ ਤਰ੍ਹਾਂ ਮੈਂ ਕਿਹਾ ਕਿ ਆਪਣੀ ਡਾਈਟ ਦਾ ਖਿਆਲ ਰੱਖੋ। ਡਾਈਟ ਦੇ ਵਿੱਚ ਚਿਕਨਾਹਟ, ਰਿਫਾਈਨਡ ਫੂਡਸ ਅਤੇ ਨਮਕ ਸਪੈਸੀਫਿਕਲੀ ਉਹਨੂੰ ਤੁਸੀਂ ਲਿਮਿਟ ਕਰ ਦਿਓ। ਦੂਸਰਾ, 150 ਮਿੰਟ ਦੀ ਜਿਹੜੀ ਐਕਟੀਵਿਟੀ ਹੈ ਹਰ ਹਫਤੇ ਜਿਹੜੀ ਹੈ ਉਹ ਤੁਸੀਂ ਕਰੋ। ਤੀਸਰਾ, ਆਪਣੀ ਲਾਈਫ ਦੇ ਵਿੱਚ ਸਟ੍ਰੈਸ ਨੂੰ ਜਿਹੜਾ ਨਾ ਉਹ ਤੁਹਾਨੂੰ ਅਵੋਇਡ ਕਰਨਾ ਚਾਹੀਦਾ। ਦੇਖੋ, ਇੱਕ ਬੜੀ ਸਿੰਪਲ ਜਿਹੀ ਗੱਲ ਹੈ, ਅਗਰ ਤੁਸੀਂ ਵੀ ਕਿਸੇ ਸਿਚੁਏਸ਼ਨ 'ਚ ਸਟ੍ਰੈਸ 'ਚ ਆ ਗਏ ਹੋ, ਤੁਸੀਂ ਉਹ ਆਪਣੀ ਪ੍ਰੋਬਲਮ ਨੂੰ ਤੁਸੀਂ ਵਧਾ ਰਹੇ ਹੋ। ਸਟ੍ਰੈਸ ਜਿਹੜਾ ਹੈ ਕਿਸੇ ਵੀ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਹੈਗਾ। ਸੋ ਇੱਕ ਮੈਂਟਲੀ ਤੌਰ 'ਤੇ ਕੂਲ ਰਹਿਣਾ ਔਰ ਸਟ੍ਰੈਸ ਫਰੀ ਰਹਿਣਾ ਜਿਹੜਾ ਨਾ ਉਹ ਇੱਕ ਬਹੁਤ ਹੀ ਇੰਪੋਰਟੈਂਟ ਫੈਕਟਰ ਹੈਗਾ ਕਿ ਅਸੀਂ ਬਲੱਡ ਪ੍ਰੈਸ਼ਰ ਨੂੰ ਦੂਰ ਕਰ ਸਕੀਏ। ਤੀਸਰਾ, ਅਗਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਡੈਫੀਨੇਟਲੀ, ਕਿਉਂਕਿ ਸਿਗਰਟ ਤੋਂ ਬਾਅਦ ਇਮੀਡੀਏਟਲੀ ਜਿਹੜਾ ਬਲੱਡ ਪ੍ਰੈਸ਼ਰ ਹੈ 10 ਤੋਂ 20 ਡਿਗਰੀ ਵੱਧ ਸਕਦਾ ਹੈ ਔਰ ਅੱਧੇ ਪੌਣੇ ਘੰਟੇ ਵਾਸਤੇ ਵਧਿਆ ਰਹਿ ਜਾ ਸਕਦਾ। ਸੋ ਇਹ ਇਮੀਡੀਏਟਲੀ ਬਲੱਡ ਪ੍ਰੈਸ਼ਰ ਨੂੰ ਸ਼ੂਟ ਕਰਦਾ। ਸੋ ਅਗਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਤੁਹਾਨੂੰ ਡੈਫੀਨੇਟਲੀ ਜਿਹੜਾ ਨਾ ਇਹ ਇੱਕਦਮ ਬੰਦ ਕਰ ਦੇਣਾ ਚਾਹੀਦਾ। ਠੀਕ ਹੈ, ਸੋ ਇਹ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ।